जिरमिया की किताब अध्याय 2 ਉਹਦਾ 6वां वचन। हालेलुया हालेलुया। किन्ने लोग आ ਜਿਹੜੇ प्रभु ਨੂੰ प्यार करते। हालेलुया। ਤੇ ਜੇ ਮੈਂ ਕਹਾਂ ਕਿ ਕਿੰਨੇ ਲੋਕ ਆ ਜਿਨ੍ਹਾਂ ਨੂੰ ਇਹ ਪਸੰਦ ਆ ਕਿ ਸੰਸਾਰ ਸਾਡੇ ਨਾਲ ਭਾਵੇਂ ਦੁਸ਼ਮਣੀ ਕਰੇ ਅਸੀਂ ਖੁਸ਼ ਹਾਂ। ਤੁਹਾਨੂੰ ਪਤਾ ਪਰਮੇਸ਼ਰ ਦੇ ਨਾਲ ਪਿਆਰ ਕਰਨ ਦਾ ਮਤਲਬ ਕੀ ਹੈ? ਬੋਲੋ। ਮੇਰੇ ਕਾਰਨ ਸਭ ਲੋਕ ਤੁਹਾਡੇ ਨਾਲ ਕੀ ਰੱਖਣਗੇ? ਨੋਟ ਕਰ ਲਓ। ਦੂਜੀ ਗੱਲ, ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਨੂੰ ਸਾਡਾ ਵੈਰੀ ਬਣਾਉਂਦਾ ਹੈ ਤੇ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਨੂੰ ਸਾਡਾ ਵੈਰੀ ਬਣਾਉਂਦਾ ਹੈ। ਤੇ ਪਰਮੇਸ਼ਰ ਦੇ ਨਾਲ ਦੋਸਤੀ ਦਾ ਮਤਲਬ ਆ ਪੂਰੇ ਸੰਸਾਰ ਨੂੰ ਆਪਣਾ ਵੈਰੀ ਬਣਾਉਣਾ। ਹੁਣ ਕਿੰਨੇ ਲੋਕਾਂ ਨੂੰ ਸੰਸਾਰ ਦੇ ਨਾਲ ਦੁਸ਼ਮਣੀ ਕਬੂਲ। ਹਾਲੇਲੂਇਆ। ਲਿਖਿਆ ਜਿੰਨੇ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਨੇ ਉਹ ਸਤਾਏ ਜਾਣਗੇ। ਹਾਲੇਲੂਇਆ। ਧਿਆਨ ਨਾਲ ਸੁਣੀਏ। ਅੱਜ ਉਹ ਦੌਰ ਖਤਮ ਹੋ ਗਿਆ ਕਿ ਢੋਲਕੀ ਵਜਾਈ ਬਿਮਾਰੀ ਠੀਕ ਹੋਈ। ਹਾਲੇਲੂਇਆ। ਗੁਰਜੋਰ ਨਾਲ ਬੋਲਿਆ ਤੇ ਸਾਰਾ ਕੁਝ ਠੀਕ ਹੈ। ਅੱਜ ਦੌਰ ਆ ਗਿਆ ਗੰਭੀਰ ਹੋਣ ਦਾ। ਕਾਹਦਾ ਦੌਰ ਆ ਗਿਆ? ਅੱਜ ਗੰਭੀਰ ਹੋਣ ਦਾ, ਡਿਸਾਈਡ ਕਰਨ ਦਾ ਕਿ ਮੈਂ ਪਰਮੇਸ਼ਰ ਦੇ ਨਾਲ ਚੱਲਣਾ ਕਿ ਸੰਸਾਰ ਦੇ ਨਾਲ ਚੱਲਣਾ ਹੈ। ਸੁਣੀਏ ਅੱਜ वचन सुनिए, अवेयर हो जाइए। 6 राह ऐसे कनान पहुंचने तो पहला कनान देश विच मिस्र देश विचों इसराइलियां नूं कनान देश विच पहुंचने तो पहला किन्ने रावां थाणी लंघना पिया? भला उन्हां मैं दिखाऊंगा किहड़े किहड़े। 6 राह ऐसे जिथों दी इसराइलियां नूं लंघना पिया। हालेलुया। 6 राह ऐसे जिथों दी इसराइलियां नूं लंघना पिया। 6 राह ऐसे जिथों दी यसू नूं भी लंघना पिया। ते ओ राह साडे लई भी तैयार आ। फिर तुसीं कित्थे जाओगे? स्वर्ग। साडी कलीसिया दा मकसद की है भला? की नाम है भला? स्वर्ग दी प्रजा। स्वर्ग दी प्रजा नूं यह जानना जरूरी है कि स्वर्ग किवें जाया जा सकता है। हालेलुया। स्वर्ग दी प्रजा लई यह जानना जरूरी है। साडी कलीसिया ने बाहर कदे दावा किया भी तुहानूं आ मिल जाएगा, जे मिल जाएगा। भावें मिल सारा कुछ ही रहा है। हालेलुया। मिल सारा कुछ ही रहा। भावें किन्नियां वधिया वधिया गवाहियां हैं साडे चर्च के अंदर, पर असीं कदे उन्हां नूं हाईलाइट करने की कोशिश नहीं की। उसका कारण की आ? क्योंकि साडा मकसद कित्थों दा भला? जिहड़ा कलीसिया च नवां आउंदा ना, जे मैनूं चेता भुल जांदा ना दस्सण दा, उहनूं दस्सो भी भाई इस चर्च का मतलब प्रभु के राज विच जाना आ, ना कि इस संसार की किसी होर ना ऐसी चीज़ों की लालसा करना। हालेलुया। इसलिए ये दसो उन्होंने साडा मकसद की है। स्वर्ग की प्रजा नूं यह याद होना चाहिए कि स्वर्ग जाण तो पहला सलीब चुकनी पैंदी। अज ना तो साडे लई सलीब नवीं है, सताओ साडे वास्ते नवां नहीं है, दुख साडे वास्ते कोई नवीं गल नहीं है। हालेलुया। क्रॉस साडे वास्ते कोई नवीं गल नहीं है। ये तुहानूं पता होना चाहिए है। हालेलुया। और मौत भी साडे वास्ते कोई नवीं गल नहीं है। किहड़ी चीज़ मैनूं प्रभु के प्यार तो अड्ड कर सकती है? भाई डिटेल च लिखिया प्रभु के दास ने, काल मौत चल सकते हो, विपता ना लड़ाइयां ना झगड़े ना तलवार
ਕਿਹੜੀ ਚੀਜ਼ ਮੈਨੂੰ ਪ੍ਰਭੂ ਦੇ ਪਿਆਰ ਤੋਂ ਅੱਡ ਕਰ ਸਕਦੀ? ਇਹ ਅੱਜ ਖੁਦ ਵੇਖਣਾ ਹੈ। ਅੱਜ ਮਸਲਾ ਖਲੋਣ ਦਾ ਆ। ਹਾਲੇਲੂਇਆ। ਅੱਜ ਕਾਹਦਾ ਮਸਲਾ ਆ? ਇਹ ਵਚਨ ਇਸ ਕਰਕੇ ਨਹੀਂ ਕਿ ਤੁਸੀਂ ਲੜੋ ਜਾ ਕੇ ਬਾਹਰ, ਇਸ ਕਰਕੇ ਕਿ ਤੁਸੀਂ ਮਜ਼ਬੂਤ ਹੋ ਜਾਓ। ਹਾਲੇਲੂਇਆ। ਇਹਨੂੰ ਗਲਤ ਨਾ ਲੈ ਲੈਣਾ। ਇਹ ਇਸ ਕਰਕੇ ਕਿ ਤੁਸੀਂ ਡੋਲ ਨਾ ਜਾਓ ਵੀ ਹਾਏ ਰੱਬਾ ਇਹ ਕੀ ਹੋ ਗਿਆ। ਇਹੀ ਮੈਂ ਦੱਸਣਾ ਚਾਹੁੰਦਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਪੜ੍ਹੀਓ ਰਾਹ ਕਿਹੜੇ ਆ ਜਿਨ੍ਹਾਂ ਥਾਣੀ ਇਸਰਾਏਲ ਲੰਘੇ। ਪੜ੍ਹੀਏ। ਉਹਨਾਂ ਨੇ ਨਾ ਆਖਿਆ ਯਹੋਵਾ ਕਿੱਥੇ ਹੈ। ਉਹਨਾਂ ਨੇ ਨਾ ਆਖਿਆ ਕਿ ਯਹੋਵਾ ਕਿੱਥੇ ਆ। ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਹੁਣ ਗਿਣਤੀ ਕਰ ਲਿਓ। ਜੀ ਨੇ ਉਜਾੜ ਵਿੱਚੋਂ ਦੀ ਪਹਿਲਾ ਰਾਹ ਕਿਹੜਾ ਆ ਭਲਾ? ਪਹਿਲਾ ਰਾਹ ਕਿਹੜਾ ਆ ਭਲਾ? ਉਜਾੜ। ਉਜਾੜ ਚ ਲੰਘਣਾ ਆਸਾਨ ਹੁੰਦਾ ਕਿ ਸੌਖਾ ਹੁੰਦਾ? ਬੋਲੀਏ। ਉਜਾੜ ਤੋਂ ਨਹੀਂ ਲੰਘਣਾ। ਯਿਸੂ ਆਤਮਾ ਦੀ ਅਗਵਾਈ ਨਾਲ ਕਿੱਥੇ ਗਿਆ ਸੀਗਾ? ਉਜਾੜ ਚ। ਉਜਾੜ ਚ ਲੰਘਣਾ ਇਹ ਰਾਹ ਆ। ਅੱਗੇ ਪੜੀਏ। ਥਲ ਅਤੇ ਟੋਇਆਂ ਦੀ ਧਰਤੀ। ਹਾਲੇਲੂਇਆ। ਕਿੰਨੇ ਸਾਲ ਇਸਰਾਇਲ ਉਜਾੜ ਚ ਭਟਕਦੇ ਰਹੇ ਸੀ ਭਲਾ? 40 ਸਾਲ। ਥਲ ਅਤੇ ਟੋਇਆਂ ਦੀ, ਜਿਹਨੂੰ ਕਹਿੰਦੇ ਆ, ਮੈਂ ਕਹਿੰਦਾ ਉਤਰਾ ਚੜਾ। ਕੀ ਆ ਸਕਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ? ਦੋ ਤਰ੍ਹਾਂ ਦੀਆਂ ਰਾਹ ਆ। ਕਦੇ ਥਲ ਡੂੰਘਾਈਆਂ ਤੇ ਕਦੇ ਉਚਾਈ। ਦੋਨੇ ਤੁਹਾਡੇ ਵਾਸਤੇ ਖਤਰਨਾਕ ਜੇ ਤੇ ਦੋਨਾਂ ਸਾਡੀ ਲੰਘਣਾ ਪੈਣਾ ਜੀ। ਯਿਸੂ ਮਸੀਹ ਦੀ ਜ਼ਿੰਦਗੀ 'ਚ ਉਤਰਾ ਚੜਾਇਆ ਕਿ ਨਹੀਂ ਆਇਆ? ਬੋਲੀ ਕਿੱਥੇ ਬੁਲਾਇਆ? ਜਿਹੜੇ ਲੋਕ ਕਹਿੰਦੇ ਸੀ ਖਜੂਰ ਦੀਆਂ ਟਹਿਣੀਆਂ ਲੈ ਕੇ, ਇਹ ਕੀ ਹੈ ਸਾਡਾ? ਬੋਲੀਏ ਇਹ ਕੀ ਸੀ ਭਲਾ ਉਹਦੀ ਲਾਈਫ ਦੀ? ਉੱਚਾ ਉਹਦਾ, ਉਹਦੀ ਲਾਈਫ ਦੀ ਚੜਾਈ। ਪੂਰੇ ਲੋਕ ਭੀੜ ਬੋਲ ਰਹੀ ਹੈ। ਕੀ ਆ? ਯਿਸੂ ਕੌਣ? ਜਲਾਲ ਦਾ। ਬੋਲੀਏ ਮੇਰੇ ਨਾਲ, ਬੋਲੀਏ ਯਿਸੂ ਕੌਣ ਆ? ਜਲਾਲ ਦਾ ਪਾਤਸ਼ਾਹ। ਔਰ ਦੇਖੋ ਆਦਰ ਤਾਂ ਦਈਏ, ਇਹ ਦੋ ਤਰ੍ਹਾਂ ਦੀ ਸਿਚੁਏਸ਼ਨ ਤੁਹਾਡੀ ਲਾਈਫ ਦੇ ਵਿੱਚ ਆ ਸਕਦੀ, ਮੇਰੀ ਲਾਈਫ ਦੇ ਵਿੱਚ ਆ ਸਕਦੀ, ਯਿਸੂ ਦੀ ਲਾਈਫ ਦੇ ਵਿੱਚ ਵੀ ਆਈ। ਲੋਕ ਕੀ ਕਰ ਰਹੇ ਆ ਭਲਾ? ਖਜੂਰਾਂ ਦੀਆਂ ਟਾਹਣੀਆਂ ਹੱਥਾਂ 'ਚ ਲਈਆਂ, ਕਹਿੰਦੇ ਗਲੀਚੇ ਵਿਛਾ ਰਹੇ ਆ ਉਸ ਸੜਕ ਦੇ ਉੱਤੇ ਜਿੱਥੋਂ ਦੀ ਕੌਣ ਲੰਘ ਰਿਹਾ ਆ। ਮੈਨੂੰ ਰਿਸਪੈਕਟ ਵਾਲੀਆਂ ਹੱਦਾਂ ਟੁੱਟ ਗਈਆਂ ਉਦੋਂ। ਯਿਸੂ ਕਹਿੰਦਾ ਪੱਥਰ ਬੋਲ ਉੱਠਣਗੇ ਜੇ ਇਹ ਚੁੱਪ ਕਰ ਜਾਣਗੇ। ਆਮੀਨ। ਹਾਲੇਲੂਇਆ। ਇਹ ਆ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੀ ਉਚਾਈ। ਚਲੋ ਹਾਈ ਔੜ ਤੇ ਮੌਤ ਦੇ ਸਾਏ। ਲੋਹਾਈ ਇਹ ਆ ਉਤਰਾ ਚੜਾ ਦੀ ਗੱਲ ਕਰ ਰਿਹਾ। ਮੈਂ ਇਹਨੂੰ ਉਤਰਾ ਚੜਾ ਦੇ ਨਾਲ ਵੇਖਦਾ। ਉਹੀ ਲੋਕ ਜਿਨ੍ਹਾਂ ਨੇ ਖਜੂਰਾਂ ਦੀਆਂ ਟਾਹਣੀਆਂ ਲਈਆਂ, ਉਹੀ ਲੋਕ ਜਿਨ੍ਹਾਂ ਨੇ ਗਲੀਚੇ ਵਿਛਾਏ ਧਰਤੀ ਦੇ ਉੱਤੇ। ਸਾਡਾ ਜਲਾਲ ਦਾ ਪਾਤਸ਼ਾਹ ਆ ਰਿਹਾ ਹੈ। ਹੁਸਨਾ ਬੋਲਦੇ ਸੀ ਉਹ ਲੋਕ। ਕੀ ਬੋਲ ਰਹੇ ਆ ਭਲਾ? ਇਹਨੂੰ ਵੀ ਦੇ ਦਿਓ। ਉਹੀ ਭੀੜ ਡੰਡ ਪਾ ਕੇ ਕੀ ਬੋਲ ਰਹੀ ਹੈ? ਬੋਲੀਏ ਜਿਨ੍ਹਾਂ ਨੇ ਇਹ ਬੋਲਿਆ ਸੀ ਵੀ ਇਹ ਜਲਾਲ ਦਾ ਪਾਤਸ਼ਾਹ ਹੈ, ਉਹੀ ਭੀੜ ਕੀ ਬੋਲ ਰਹੀ ਹੈ ਭਲਾ? ਇਹਨੂੰ ਕੀ ਦੇ ਦਿਓ? ਸਾਡੇ ਲਈ ਕਿਹਨੂੰ ਛੱਡ ਦਿਓ? ਡਾਕੂ ਨੂੰ ਛੱਡ ਦਿਓ। ਪਰ ਇਹਨੂੰ ਕਿੰਨਾ ਵੱਡਾ ਚੇਂਜ ਆ ਲਾਈਫ ਦੇ ਵਿੱਚ। ਹੋ ਸਕਦਾ ਕਦੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਕਬੂਲ ਕਰ ਲੈਣ। ਤੁਸੀਂ ਮਸੀਹ ਹੋ, ਬਪਤਿਸਮਾ ਲਿਆ, ਆਓ ਵੈਲਕਮ ਤੁਹਾਡਾ, ਤੁਸੀਂ ਰੱਬ ਦੇ ਲੜ ਲੱਗ ਗਏ। ਤੁਸੀਂ ਸੋਚੋਗੇ ਮੈਂ ਮਸੀਹ ਚ ਆ ਕੇ ਬਹੁਤ ਵਧੀਆ ਕੀਤਾ। ਆਮੀਨ। ਪਰ ਸਿੱਕੇ ਦਾ ਦੂਜਾ ਪਹਿਲੂ ਵੀ ਸ਼ੁਰੂ ਹੋ ਸਕਦਾ ਸਾਰੇ ਤੁਹਾਡੇ ਘਰ ਦੇ ਵਿਰੁੱਧ ਹੋ ਜਾਣ, ਤੁਸੀਂ ਇਕੱਲੇ ਰਹਿ ਜਾਓ। ਹੋ ਸਕਦਾ ਸਾਰੇ ਪਿੰਡ ਦੇ ਲੋਕ ਤੁਹਾਡੇ ਵਿਰੁੱਧ ਹੋ ਜਾਣ, ਤੁਸੀਂ ਇਕੱਲੇ ਰਹਿ ਜਾਓ। ਹੋ ਸਕਦਾ ਸਭ ਲੋਕ ਤੁਹਾਡੇ ਦੁਸ਼ਮਣ ਬਣ ਜਾਣ, ਤੁਸੀਂ ਇਕੱਲੇ ਹੀ। ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਮੋੜ ਆ ਸਕਦੇ ਆ। ਹਾਲੇਲੂਇਆ। ਯਿਸੂ ਮਸੀਹ ਦੀ ਜ਼ਿੰਦਗੀ 'ਚ ਵੀ ਆਏ, ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਆ ਸਕਦੇ ਆ।
ਹਾਲੇਲੂਇਆ। ਉਤਰਾ ਚੜਾਇਆ ਥਲ ਤੇ ਟੋਇਆਂ ਦੀ ਧਰਤੀ, ਯਾਨੀ ਕਦੇ ਉਚਾਈ ਤੇ ਕਦੇ ਲੋਹਾਈ। ਕਈ ਵਾਰ ਨਾ ਬਰਕਤਾਂ ਦੇ ਬਰਕਤਾਂ ਮਿਲਦੀਆਂ ਸਾਨੂੰ, ਉਦੋਂ ਸਾਡੇ ਹਾਲੇਲੂਇਆ ਦੀ ਆਵਾਜ਼ ਬਹੁਤ ਜ਼ਬਰਦਸਤ ਹੁੰਦੀ ਹੈ, ਹੁੰਦਾ ਕਿ ਨਹੀਂ ਹੁੰਦਾ? ਤੇ ਜੇ ਕਦੇ ਦੂਜਾ ਪਾਸਾ ਸ਼ੁਰੂ ਹੋ ਜੇ ਥੋੜਾ ਜਿਹਾ ਕਮ ਡਾਊਨ ਪੈਨ ਜਾਂ ਡਬੇ, ਮੈਂ ਤੁਹਾਨੂੰ ਕਿਹਾ ਆ ਉਤਰਾ ਚੜਾ ਮਸੀਹੀ ਜੀਵਨ ਦਾ ਹਿੱਸਾ ਹੈ। ਔਰ ਇਹ ਆਏ ਤੇ ਡਰਨਾ ਨਹੀਂ, ਆਏ ਤੇ ਡਰਨਾ। ਅਜ਼ੂਬ ਦੀ ਕੈਲਕੂਲੇਸ਼ਨ ਕਰੀਏ ਉਹਦੀ ਪ੍ਰਾਪਰਟੀ ਦੀ, ਉਹਦੇ ਡੰਗਰਾਂ ਦੀ ਗਿਣਤੀ ਕਿੰਨੀ ਹੈ ਭਲਾ? ਕਾਹਦੇ ਚ ਆ ਰਹੀ? ਸੈਂਕੜਿਆਂ ਚ ਆ ਰਹੀ, ਹਜ਼ਾਰਾਂ ਦੇ ਹਿਸਾਬ ਨਾਲ ਆ ਰਹੀ ਹੈ। ਇੰਨੇ ਹਜ਼ਾਰ ਊਠ ਘੋੜੇ, ਇੰਨੇ 100 ਉਹਦੇ ਕੋ ਫਲਾਣੇ ਜਾਨਵਰ। ਇਹ ਉਚਾਈ ਹੈ। ਤੇ ਲੋਹਾਈ ਕਿੱਥੇ ਆ ਗਈ ਭਲਾ? ਜਦੋਂ ਇਹ ਕਹਿਣਾ ਪੈ ਗਿਆ ਵੀ ਨੰਗਾ ਆਇਆ ਸੀ ਤਾਂ ਨੰਗਾ ਹੀ ਇਹ ਸਾਈਡ ਤੇ ਰੱਖ ਲਓ। ਆਪਣਾ ਮਨ ਧਰਤੀ ਦੀਆਂ ਚੀਜ਼ਾਂ ਤੇ ਨਾ ਲਾਓ ਕਿ ਜੇ ਮਿਲਦੀਆਂ ਜਾਣ ਤੇ ਹਾਲੇਲੂਇਆ ਉੱਚਾ। ਤੇ ਜੇ ਲੋਹਾਈ ਆ ਗਈ ਨਾ, ਤੁਸੀਂ ਕਹਿਣਾ ਪਾਦਰੀ ਝੂਠ ਬੋਲਦੇ ਸੀ ਸਾਡੇ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਵਾਪਸ ਮੁੜ ਜਾਂਦੇ ਆ ਨਾ ਮਸੀਹ ਲਾਈਫ 'ਚ, ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ। ਹਾਲੇਲੂਇਆ। ਤੁਸੀਂ ਸਮਝੀਏ ਕਿੱਥੇ ਜਾਣਾ ਹੈ ਭਲਾ? ਅਸੀਂ ਦਰਸ਼ਨ ਕਿਹੜਾ ਆ ਸਾਡਾ? ਔਰ ਇਸ ਰਾਹ ਦੇ ਵਿੱਚ ਇਹ ਦੋਨੋਂ ਹਾਲਾਤ ਤੁਹਾਡੀ ਜ਼ਿੰਦਗੀ 'ਚ ਆ ਸਕਦੇ। ਆਮੀਨ ਆਮੀਨ। ਮੈਂ ਜਦੋਂ ਨਵਾਂ ਸੇਵਾ 'ਚ ਚੱਲਿਆ ਸੀ, ਮੈਨੂੰ ਇੱਕ ਦਰਸ਼ਨ ਹੋਇਆ ਸੀ। ਸੁਣੀ, ਮੈਨੂੰ ਇੱਕ ਦਰਸ਼ਨ ਹੋਇਆ ਸੀ ਕਿ ਮੈਂ ਬੂਟੇ ਲਾ ਰਿਹਾ ਹਾਂ, ਮੇਰੇ ਹੱਥ 'ਚ ਪਨੀਰੀ ਹੈ, ਮੈਂ ਬੂਟੇ ਲਾ ਰਿਹਾ ਹਾਂ। ਔਰ ਬੂਟੇ ਲਾਉਂਦਿਆਂ ਮੈਨੂੰ ਕੀ ਹੋਇਆ ਆ ਕਿ ਜਿਸ ਖੇਤ ਵਿੱਚ ਮੈਂ ਬੂਟੇ ਲਾ ਰਿਹਾ ਹਾਂ ਉੱਥੇ ਬਹੁਤ ਜ਼ਿਆਦਾ ਹੜ੍ਹ ਆ ਗਿਆ, ਪਰ ਬੂਟੇ ਫਿਰ ਵੀ ਲੱਗ ਰਹੇ ਆ। ਔਰ ਹੜ੍ਹ ਆ ਗਿਆ, ਬੂਟੇ ਫਿਰ ਵੀ ਲਾ ਰਿਹਾ ਹਾਂ। ਅਚਾਨਕ ਉਹਦੇ ਵਿੱਚ ਸੁੱਕ ਜਾਂਦਾ ਹੈ ਸਾਰਾ ਕੁਝ, ਔਰ ਵਾਣ ਵਰਗਾ ਖੇਤ ਹੋ ਜਾਂਦਾ ਹੈ। ਮੈਂ ਫਿਰ ਵੀ ਲਾ ਰਿਹਾ ਹਾਂ। ਉਸ ਤੋਂ ਬਾਅਦ ਮੈਂ ਕੀ ਦੇਖਦਾ ਹਾਂ ਕਿ ਇੱਕ ਬਹੁਤ ਵੱਡਾ ਮਗਰਮੱਛ ਮੂੰਹ ਵੱਡੀ ਮੇਰੇ ਵੱਲ ਨੂੰ ਵੱਧ ਰਿਹਾ ਹੈ। ਮੈਂ ਬੂਟੇ ਫਿਰ ਵੀ ਲਾ ਰਿਹਾ ਹਾਂ, ਔਰ ਜਦੋਂ ਐਨ ਮੇਰੇ ਸਾਹਮਣੇ ਆ ਗਿਆ ਤਾਂ ਮੇਰੇ ਸਾਈਡ ਤੋਂ ਦੀ ਹੋ ਕੇ ਨਿਕਲ ਗਿਆ। ਮੈਨੂੰ ਆਉਣ ਲੱਗਾ ਕਿ ਜਿੱਦਾਂ ਸਿਰਫ ਮੈਨੂੰ ਡਰਾਉਣ ਹੀ ਆਇਆ ਸੀ। ਫਿਰ ਵੀ ਲਾ ਰਿਹਾ। ਉਸ ਤੋਂ ਬਾਅਦ ਮੈਨੂੰ ਆਵਾਜ਼ ਪਈ, ਕਹਿੰਦੇ ਰੋਟੀ ਖਾ ਲਾ। ਮਾੜਾ ਜਿਹਾ ਬਜ਼ੁਰਗ, ਇੱਕ ਮਾੜੀ ਜੀ ਬਜ਼ੁਰਗ ਮਾਤਾ, ਇੱਟਾਂ ਖਿਲਰੀਆਂ, ਟੁੱਟਾ ਜਿਹਾ ਚੌਂਕਾ, ਇੱਕ ਪਤੀਲੀ ਉਹ ਵੀ ਟੁੱਟੀ ਜੀ, ਇੱਕੋ ਹੀ ਰੋਟੀ ਇੱਕ ਤਵੇ ਦੇ ਉੱਤੇ ਪਈ। ਕਹਿੰਦੇ ਖਾ ਲਾ। ਮੈਂ ਕਿਹਾ ਕੰਮ ਇੰਨਾ ਸਖਤ ਤੇ ਰੋਟੀ ਇੱਕ। ਇਸ ਦਰਸ਼ਨ ਨੇ ਮੈਨੂੰ ਉਸ ਵੇਲੇ ਤਸੱਲੀ ਦਿੱਤੀ ਜਦੋਂ ਮੈਨੂੰ ਵਾਕਿਆ ਹੀ ਸੱਚੀ ਮੁੱਚੀ ਸੇਵਕਾਈ ਦੇ ਵਿੱਚ ਭੁੱਖੇ ਰਹਿਣਾ ਪਿਆ ਸੀ। ਹਾਲੇਲੂਇਆ। ਉਤਰਾ ਚੜਾ ਆ ਸਕਦੇ ਸੀ। ਅੱਗੇ ਬੜੀਏ। ਔੜ ਤੇ ਮੌਤ ਦੇ ਸਾਏ ਦੀ ਧਰਤੀ ਵਿੱਚ ਸੋਕਾ ਤੇ ਡੋਬਾ, ਔੜ ਵੀ ਆ ਸਕਦੀ ਹੈ। ਹਾਲੇਲੂਇਆ। ਕਦੇ ਕਦੇ ਥੋੜੀ ਜਿਹੀ ਤੰਗੀ ਆ ਜਾਏ ਤਾਂ ਕੀ ਹੁੰਦਾ ਭਲਾ? ਐਸੇ ਇਲਾਕੇ ਆ ਜਿੱਥੇ ਮਸੀਹ ਕੋਈ ਬਪਤਿਸਮਾ ਲੈ ਲੇ ਨਾ ਤਾਂ ਕਹਿੰਦੇ ਵੀ ਇਹ ਖੂਹ ਤੋਂ ਪਾਣੀ ਨਹੀਂ ਲੈ ਸਕਦਾ। ਹਾਲੇਲੂਇਆ। ਇਹ ਸਾਡੇ ਖੂਹ ਤੋਂ ਪਾਣੀ, ਇਹ ਕੀ ਬਣ ਗਿਆ ਹੁਣ? ਕ੍ਰਿਸਚਨ। ਹਾਲੇਲੂਇਆ। ਬਾਹਰਲੀਆਂ ਸਟੇਟਾਂ ਦੀ ਗੱਲ ਕਰ ਰਿਹਾ, ਪੰਜਾਬ ਦੀ ਨਹੀਂ ਕਰ ਰਿਹਾ ਮੈਂ। ਨਸਲੀ ਵਿਹਾਰ ਹੋ ਸਕਦਾ ਤੁਹਾਡੇ ਨਾਲ, ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਮਸੀਹ ਹੋਣ ਦੇ ਕਾਰਨ ਹੋ ਸਕਦਾ ਤੁਹਾਡੇ ਕਾਗਜ਼ ਗਲ ਜਾਣ ਤੇ ਤੁਹਾਡਾ ਕੋਈ ਕਾਰਡ ਨਾ ਬਣੇ, ਪੈਨਸ਼ਨ ਨਾ ਲੱਗੇ। ਇਦਾਂ ਦੇ ਵਿਹਾਰ ਵੀ ਸਮਾਜਿਕ ਤੌਰ ਤੇ ਵੀ ਹੋ ਸਕਦਾ ਆ, ਔਰ ਤੁਹਾਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ। ਹਾਲੇਲੂਇਆ। ਤੇ ਹਾਲੇਲੂਇਆ ਦੀ ਆਵਾਜ਼ ਫਿਰ ਕਿੱਦਾਂ ਦੀ ਰਹਿਣੀ ਚਾਹੀਦੀ ਇਹੋ ਜਿਹੇ ਟਾਈਮ? ਮੈਂ ਤੁਹਾਨੂੰ ਦੱਸਦਾ, ਜਦੋਂ ਤੋਂ ਕਣਕ ਮਿਲਣ ਲੱਗੀ, ਇਸ ਕਣਕ ਮਿਲਣ ਲੱਗੀ ਨੂੰ ਕਿੰਨੇ ਸਾਲ ਹੋ ਗਏ ਭਲਾ? ਮੇਰੇ ਹਿਸਾਬ ਨਾਲ 25 ਸਾਲ ਦੇ ਕਰੀਬ ਹੋ ਚੱਲੇ। 25-20 ਸਾਲ ਹੋ ਚੱਲੇ। ਅੱਜ ਤੱਕ ਮੇਰਾ ਕਣਕ ਵਾਲਾ ਕਾਰਡ ਕਿਸੇ ਵੀ ਸਰਕਾਰ ਨੇ ਨਹੀਂ ਬਣਾਇਆ। ਅੱਜ ਤੱਕ
ਪਰ ਧੰਨਵਾਦ ਪਰਮੇਸ਼ਰ ਦਾ, ਮੇਰੇ ਪਰਮੇਸ਼ਰ ਦੇ ਡੀਪੂ ਚੋਂ ਕਦੇ ਮੁੱਕਦੀ ਨਹੀਂ। ਹਾਲੇਲੂਇਆ। ਇਹਨਾਂ ਦੇ ਤੇ ਮੁੱਕ ਸਕਦੀ ਹੈ ਪਰ ਉੱਥੋਂ ਨਹੀਂ ਮੁੱਕਦੀ। ਔਰ ਮੈਨੂੰ ਕੋਈ ਗਿਲਾ ਨਹੀਂ ਆ, ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ। ਮੈਨੂੰ ਪਤਾ ਹੈ ਕਿ ਇਹ ਚੀਜ਼ਾਂ ਮੇਰੇ ਨਾਲ ਆ ਸਕਦੀਆਂ, ਕੋਈ ਗਿਲਾ ਨਹੀਂ ਮੈਨੂੰ। ਮੇਰੇ ਬੱਚਿਆਂ ਨੂੰ ਕਦੇ ਵਜ਼ੀਫਾ ਨਹੀਂ ਮਿਲਿਆ, ਨੋ ਟੈਨਸ਼ਨ, ਪ੍ਰਭੂ ਹੈ ਆ। ਹਾਲੇਲੂਇਆ। ਅੱਗੇ बढ़िए। ਉਹ ਧਰਤੀ ਜਿਸ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ। ਕਦੇ ਕਦੇ ਤੁਹਾਨੂੰ ਕੱਲਿਆਂ ਚੱਲਣਾ ਪੈ ਸਕਦਾ ਹੈ। ਹਾਲੇਲੂਇਆ। ਸਾਰੇ ਭੱਜ ਸਕਦੇ ਨੇ। ਯਿਸੂ ਰਹਿ ਗਿਆ ਸੀ ਕਿ ਨਹੀਂ ਰਹਿ ਗਿਆ? ਕੱਲਾ। ਬੋਲੀਏ। ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਵਾਸਤੇ ਕੱਲਾ ਹੀ ਰਹਿ ਗਿਆ ਸੀ ਨਾ। ਕਦੇ ਕਦੇ ਇਸ ਸਲੀਬ ਦਾ ਰਾਹ ਇਹੋ ਜਿਹਾ ਆਉਂਦਾ ਆ, ਤੁਸੀਂ ਇਕੱਲੇ ਰਹਿ ਸਕਦੇ ਹੋ। ਇਸ ਹਾਲਾਤ ਵਿੱਚ ਫਿਰ ਹਾਲੇਲੂਇਆ ਦੀ ਆਵਾਜ਼ ਕਿੱਦਾਂ ਹੋਣੀ ਚਾਹੀਦੀ? ਬੋਲੀਏ। ਆ ਪਿੱਛੇ ਜਿਹੀ ਗੱਲ ਹੈ, ਜਦੋਂ ਫਾਰਮ ਭਰ ਕੇ ਦਿੱਤੇ ਸੀ, ਜਿੱਥੋਂ ਸਾਡਾ ਚਰਚ ਤੋਂ ਪੰਗਾ ਪਿਆ ਸੀ, ਜਿੱਥੋਂ ਉਹਨਾਂ ਨੇ ਇਹ ਕਿਹਾ ਸੀ ਵੀ ਇਹਨੂੰ ਦਫਾ ਹੀ ਕਰੋ ਇੱਥੋਂ, ਇਹ ਕੋਈ ਨਾ ਕੋਈ ਫਨੂ ਕੱਢਦਾ ਹੈ। ਥੋੜੀ ਫਾਰਮ ਤੇ ਲਿਖਿਆ ਸੀ, ਮੈਂ ਬਹੁਤ ਜ਼ਿਆਦਾ ਗਰੀਬ ਹਾਂ, ਮੈਂ ਪਲਾਟ ਨਹੀਂ ਖਰੀਦ ਸਕਦਾ, ਹੈ ਨਾ, ਕਿਰਪਾ ਕਰਕੇ ਮੈਨੂੰ 5 ਮਰਲੇ ਦਾ ਪਲਾਟ ਦਿੱਤਾ ਜਾਵੇ। ਆ ਹੁਣ ਵੀ ਪਤਾ ਨਹੀਂ ਕਿੰਨੇ ਆਫਰ ਮਿਲ ਗਿਆ ਮੈਨੂੰ, ਇਹ ਭਾਈ ਨੂੰ ਪਤਾ ਆ। ਬਸ ਜੀ ਤੁਸੀਂ ਉਹ ਬਣਾ ਲਓ, ਸਾਂ ਕੀ ਉਹਨੂੰ ਕਹਿੰਦੇ ਆ, ਮਜ਼ਦੂਰੀ ਦਾ ਕਾਰਡ, ਲੇਬਰ ਕਾਰਡ ਰੱਖ। ਜਦੋਂ ਮੈਂ ਕਰਦਾ ਹੀ ਨਹੀਂ ਤੇ ਮੈਂ ਬਣਾਵਾਂਗਾ। ਮੈਂ ਕਦੀ ਕਿਸੇ ਮਿਸਤਰੀ ਨਾਲ ਦਿਹਾੜੀ ਗਿਆ ਹੀ ਨਹੀਂ। ਹਾਲੇਲੂਇਆ। ਹਾਲਾਂਕਿ ਮੈਂ ਕੰਮ ਕਰਦਾ ਵੀ ਹਾਂ, ਦੁਕਾਨ ਹੈ ਮੇਰੇ ਕੋਲ, ਬੈਠਦਾ ਹਾਂ ਉੱਥੇ, ਪਰ ਫਿਰ ਵੀ ਨੋ ਕਰਪਸ਼ਨ। ਹਾਲੇਲੂਇਆ। ਤੋ ਉਸ ਵਕਤ ਮੈਂ ਇਹ ਕਿਹਾ ਸੀ, ਸਰਕਾਰ ਤੁਹਾਨੂੰ ਦਿੰਦੀ ਹੈ ਤਾਂ ਲੈ ਲਓ, ਪਰ ਜੇ ਝੂਠ ਬੋਲ ਕੇ ਮਿਲਦਾ ਤੇ ਫਿਰ ਪਾਪ ਆ। ਹਾਲੇਲੂਇਆ। ਪ੍ਰਭੂ ਨੇ ਤੁਹਾਨੂੰ ਹਿੰਮਤ ਦਿੱਤੀ ਹੈ ਕੰਮ ਕਰਨ ਦੀ, ਤੁਸੀਂ ਵਧੀਆ ਵਧੀਆ ਘਰ ਬਣਾਏ ਆ, ਪਲਾਟ ਲੈਣ ਵਾਸਤੇ ਝੂਠ ਬੋਲੋਗੇ ਤੁਸੀਂ? ਆਮੀਨ। ਜਿਹਦੇ ਕੋਲ ਨਹੀਂ ਆ ਦਵੇ ਦੇਖ ਕੇ, ਨੋ ਟੈਨਸ਼ਨ, ਕੋਈ ਪ੍ਰੋਬਲਮ ਨਹੀਂ ਹੈ। ਜਿਹਨੂੰ ਵਾਕਿਆ ਲੱਗਦਾ ਕਿ ਮੈਂ ਅਸਮਰਥ ਹਾਂ, ਮੈਂ ਨਹੀਂ ਲੈ ਸਕਦਾ, ਔਰ ਮੇਰੇ ਕੋਲ ਹੈ ਵੀ ਨਹੀਂ ਆ, ਸਰਕਾਰ ਦਿੰਦੀ ਹੈ ਤਾਂ ਲੈ ਲਓ, ਪਰ ਜੇ ਝੂਠ ਬੋਲ ਕੇ ਮਿਲਦਾ ਤੇ ਫਿਰ ਕੀ ਆ? ਪਾਪ ਆ। ਔਰ ਇਹ ਐਸਾ ਫੈਸਲਾ ਸੀ ਜਿਹਦੇ ਵਿੱਚ ਮੈਂ ਇਕੱਲਾ ਹੀ ਰਹਿ ਗਿਆ ਸੀ। 90 ਲੋਕ ਇੱਕ ਪਾਸੇ, ਅਸੀਂ 2 ਜਣੇ ਇੱਕ ਪਾਸੇ। ਹਾਲੇਲੂਇਆ। 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 ਕਦੇ ਕਦੇ ਤੁਸੀਂ ਆਸ ਲਾਈ ਹੁੰਦੀ ਨਾ ਵੀ ਫਲਾਣਾ ਬੰਦਾ ਬੜਾ ਧਰਮੀ, ਇਹਦੇ ਨਾਲ ਹੀ ਹੋ ਸਕਦਾ ਤੁਸੀਂ ਉਹਦੇ ਨਾਲੋਂ ਵੱਧ ਧਰਮੀ ਹੋ ਜਾਓ, ਹਨਾ। ਯਹੂਦਾ ਇਸਕਰਿਓਤੀ ਯਿਸੂ ਮਸੀਹ ਦੇ ਬਹੁਤ ਨੇੜੇ ਸੀਗਾ। ਮਨੁੱਖ ਤੇ ਆਸ ਨਹੀਂ ਰੱਖਣੀ, ਆਪਣੀ ਸਲੀਬ ਆਪ ਚੁੱਕਣੀ ਆ ਤੇ ਪ੍ਰਭੂ ਦੇ ਅੱਗੇ, ਪ੍ਰਭੂ ਦੇ ਪਿੱਛੇ ਜਾਣਾ ਹੈ। ਸੌਰੀ। ਹਾਲੇਲੂਇਆ। ਆਪਣੀ, ਮੇਰੇ ਪਿੱਛੇ ਬੋਲੀਏ, ਆਪਣੀ ਸਲੀਬ ਆਪ ਚੁੱਕਣੀ ਆ, ਪ੍ਰਭੂ ਦੇ ਪਿੱਛੇ ਚੱਲਣਾ ਹੈ। ਤੇ ਉਹ ਰਾਹ ਕਿਹੜਾ ਹੈ ਜਿਹੜਾ ਸਵਰਗ ਨੂੰ ਜਾਂਦਾ ਹੈ? ਕਿੰਨਾ ਕੁ ਖੁੱਲਾ ਉਹ ਭਲਾ? ਬਹੁਤ ਭੀੜਾ, ਬਹੁਤ ਭੀੜਾ, ਕੱਲੇ ਦੇ ਲੰਘਣ ਜੋਗਾ। ਹਾਲੇਲੂਇਆ। ਇਹ 7 ਰਾਹ ਐਸੀ, ਉਤਰਾਲ ਚੜਾਵ, ਉਜਾੜ। ਹੋਰ ਕਿਹੜੀ ਧਰਤੀ ਆ? ਨਾ ਕੋਈ ਆਦਮੀ ਉੱਥੇ ਵਸਦਾ ਹੈ। ਹਾਂ। ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲੈ ਜਾਵਾਂਗਾ। ਇਹ ਮੌਤ ਦੇ ਸਾਏ ਦੀ ਧਰਤੀ। ਹਾਂਜੀ। ਇਹ ਭੁੱਲ ਗਏ ਤੁਸੀਂ, ਦੁਬਾਰਾ ਪੜ੍ਹ ਦਿਓ। ਔੜ ਤੇ ਮੌਤ ਦੇ ਸਾਏ। ਅੱਛਾ, ਔੜ ਕਿਹੜੀ ਧਰਤੀ? ਮੈਂ 6 ਗਣੇ ਆ ਔੜ, ਜਿੱਥੇ ਔੜ ਆ। ਕਦੇ ਕਦੇ ਤੁਹਾਨੂੰ ਭੁੱਖ ਦਾ ਸਾਹਮਣਾ ਕਰਨਾ ਪੈ ਸਕਦਾ। ਬੋਲੀਏ। ਪਿਆਰਿਓ, ਜੇ ਤੁਹਾਨੂੰ ਕਿਤੇ ਪ੍ਰਭੂ ਦੇ ਵਾਸਤੇ ਥੋੜਾ ਭੁੱਖੇ ਰਹਿਣਾ ਪਵੇ ਤੇ ਬੋਲੀਏ। ਕਦੇ ਕੋਈ ਭੁੱਖੇ ਰਹਿਣਾ ਪਵੇ ਤੇ ਕਦੇ ਸਾਨੂੰ ਲੱਗੇ ਕਿ ਕੋਈ ਗੱਲ ਨਹੀਂ। ਤੁਹਾਨੂੰ ਪਤਾ ਏਲੀਆ ਦੇ ਨਾਲ ਰਾਜੇ ਦੀ ਝੜਪ ਕਿਉਂ ਹੁੰਦੀ ਸੀ? ਕਾਲ ਪੂਰੀ ਧਰਤੀ ਤੇ ਪਿਆ ਸੀ, ਇਜ਼ਬਲ ਦਾ ਲੰਗਰ ਚੱਲਦਾ ਸੀ ਤੇ ਇਜ਼ਬਲ ਦੇ ਲੰਗਰ 'ਚ ਬਦੀ ਹੁੰਦੀ ਸੀ। ਹਾਲੇਲੂਇਆ।
ਔਰ ਸਾਰੇ ਇਜ਼ਬਲ ਦੇ ਲੰਗਰ ਚੋਂ ਖਾਂਦੇ ਸੀ ਤੇ ਏਲੀਆ ਨਹੀਂ ਸੀ ਖਾਂਦਾ। ਏਲੀਆ ਵਾਸਤੇ ਫਿਰ ਰੋਟੀ ਕੌਣ ਲੈ ਕੇ ਆਇਆ ਸੀਗਾ? ਐਸੀ ਰੋਟੀ, ਇੱਕ ਰੋਟੀ ਚ ਇੰਨਾ ਵੱਲ 40 ਦਿਨ ਚੱਲਦਾ ਰਿਹਾ। ਹਾਲੇਲੂਇਆ। ਜੇ ਤੁਸੀਂ ਪ੍ਰਭੂ ਨਾਲ ਥੋੜਾ ਜਿਹਾ ਭੁੱਖੇ ਰਹਿ ਲੋਗੇ ਨਾ ਤੇ ਪ੍ਰਭੂ ਤੁਹਾਨੂੰ ਬਲਵੰਤ ਰੋਟੀਆਂ ਖਾਣ ਦੀ ਤਾਕਤ ਰੱਖਦਾ, ਅਸਮਾਨ ਤੋਂ ਮੰਨਾ ਵਰਾਉਣ ਦੀ ਤਾਕਤ ਭੁੱਖੇ ਨਹੀਂ ਰਹਿਣ ਦੇਵੇਗਾ, ਪਰ ਆਪਣੇ ਅੰਦਰ ਬੰਨ ਲਓ ਵੀ ਰਹਿਣਾ ਪੈ ਸਕਦਾ ਜੀ। ਹਾਲੇਲੂਇਆ। ਲਾਸਟ ਧਰਤੀ ਕਿਹੜੀ ਆ? ਐਸੀ ਧਰਤੀ ਜਿੱਥੇ ਮੌਤ ਦਾ ਸਾਇਆ ਆ। ਉਹ ਧਰਤੀ ਜਿਹਦੇ ਵਿੱਚ ਕੋਈ ਇੱਕ ਐਸੀ ਧਰਤੀ ਜਿਹਦੇ ਵਿੱਚ ਕੋਈ ਨਹੀਂ ਵਸਦਾ, ਕੋਈ ਨਹੀਂ ਲੰਘਦਾ ਤੇ ਨਾ ਕੋਈ ਆਦਮੀ ਉੱਥੇ ਹੈ। ਕੋਈ ਆਦਮੀ ਉੱਥੇ ਨਹੀਂ ਵਸਦਾ, ਮੌਤ ਦੇ ਸਾਏ ਦੀ ਧਰਤੀ। ਹਾਲੇਲੂਇਆ। ਦਹਿਸ਼ਤ ਦਾ ਮਾਹੌਲ, ਦਹਿਸ਼ਤ ਦੇ ਮਾਹੌਲ 'ਚ ਵੀ ਕੀ ਰਹਿ ਲੋਗੇ? ਪ੍ਰਭੂ ਦੇ ਨਾਲ ਵਫਾਦਾਰ। ਬੋਲੀ ਹਾਂ ਜਾਂ ਨਾ? ਬੋਲੀਏ ਹਾਂ ਜਾਂ ਨਾ? ਐਸੇ ਮਾਹੌਲ 'ਚ ਵੀ ਜਦੋਂ ਬਹੁਤ ਜ਼ਿਆਦਾ ਡਰਾਉਣਾ ਮਾਹੌਲ ਹੋਵੇ, ਹੈਨਾ, ਐਸੀ ਧਰਤੀ ਜਿੱਥੇ ਮੌਤ ਦਾ ਸਾਇਆ ਵਸਦਾ ਆ, ਮੌਤ ਵਰਗਾ ਖੌਫ ਉਸ ਧਰਤੀ ਦੇ ਵਿੱਚ, ਜਿੱਥੋਂ ਦੀ ਕੌਣ ਲੰਘੇ ਸੀਗੇ? ਇਸਰਾਏਲ। ਹੁਣ ਬਹੁਤਾ ਡੀਪਲੀ ਜਾਣ ਦੀ ਵਕਤ ਨਹੀਂ ਆ, ਮੈਂ ਤੁਹਾਨੂੰ ਦੱਸਦਾ ਵੀ ਇਸਰਾਏਲੀ ਉਹ ਕਿਹੜੇ ਕਿਹੜੇ ਰਾਵਾਂ ਥਾਣੀ ਲੰਘੇ ਸੀ। ਹਾਲੇਲੂਇਆ। ਮੈਂ ਤੁਹਾਨੂੰ ਕਹਾਂਗਾ ਇਸਰਾਏਲੀ ਇਹਨਾਂ ਰਾਵਾਂ ਥਾਣੀ ਨਿਕਲ ਕੇ ਕਿਹੜੀ ਧਰਤੀ 'ਚ ਪਹੁੰਚੇ ਸੀਗੇ? ਤੇ ਫਿਰ ਉੱਥੇ ਕੀ ਵਗਦਾ ਸੀਗਾ? ਦੁੱਧ ਤੇ ਸ਼ਹਿਦ ਦੀਆਂ ਨਦੀਆਂ। ਅਸੀਂ ਸਵਰਗ ਦਾ ਟਾਰਗੇਟ ਰੱਖਿਆ ਆ। ਕਿੱਥੋਂ ਦਾ ਟਾਰਗੇਟ ਰੱਖਿਆ ਆ? ਪ੍ਰਭੂ ਦੇ ਰਾਜ ਵਿੱਚ ਜਾਣ ਦਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਸਾਡੇ ਰਾਵਾਂ 'ਚ ਵੀ ਇਹ ਪ੍ਰੋਬਲਮਸ ਆ ਸਕਦੀ ਹੈ। ਆਮੀਨ। ਸਾਡੇ ਰਾਵਾਂ 'ਚ ਵੀ ਇਹ ਪ੍ਰੋਬਲਮ ਆ ਸਕਦੀ ਹੈ। ਆਪਣੇ ਆਪਣੇ ਲਈ ਪ੍ਰਾਰਥਨਾ ਕਰੋ ਤੇ ਆਪਣੇ ਉਹਨਾਂ ਭੈਣ ਭਰਾਵਾਂ ਲਈ ਵੀ ਦੁਆ ਕਰੋ ਜਿਹੜੇ ਅੱਜ ਇਸ ਮਾਹੌਲ 'ਚੋਂ ਦੀ ਲੰਘ ਰਹੇ ਨੇ। ਹਾਲੇਲੂਇਆ। ਆਮੀਨ। ਖੁਦਾ ਤੁਹਾਨੂੰ ਬਰਕਤ।